ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਕਲਮ ਫੜ ਲਈ ਹੱਥ ਵਿੱਚ, ਸ਼ਾਹੀ ਦਾ ਟੋਭਾ ਲਾਉਂਦਾ ਰਹੀਂ, ਕਲਮ ਆਪੇ ਚੱਲੂਗੀ, ਤੂੰ ਨਹੀਂ ਲਿਖੇਗਾ ਲਿਖਾਊਗਾ ਕੋਈ ਤੈਨੂੰ। ਜਿਵੇਂ ਭਾਈ ਮਰਦਾਨੇ ਨੇ ਕਿਹਾ ਸੀ ਇਹ ਰਬਾਬ ਤਾਂ ਫੜਾਤੀ, ਵਜਾਉਣੀ ਤਾਂ ਆਉਂਦੀ ਨਹੀਂ, ਕਹੇ ਤੂੰ ਕੁਝ ਨਹੀਂ ਕਰਨਾ, ਬਸ ਮੋਢੇ ਲਾ ਕੇ ਬੈਠਾ ਰਹਿ, ਆਪੇ ਗਾਏਗਾ ਆਪੇ ਵੱਜੂਗੀ। ਹੁਣ ਵੀ ਉਹ ਰਬਾਬ ਲੱਭ ਗਈ ਆਪਾਂ ਨੂੰ, ਨੈਟ ਤੇ ਆਇਆ ਸੀ, ਕਿਸੇ ਨੇ ਦੇਖਿਆ ਵੀ ਹੋਣਾ। ਉਹ ਕਈ ਵਾਰ ਰਾਤ ਨੂੰ ਆਪੇ ਵੱਜ ਪੈਂਦੀ ਹੈ, ਕਈ ਵਾਰ ਦਿਨੇ ਵੱਜਦੀ ਹੈ, ਹੁਣ ਵੀ ਹੈ ਉਹ। ਇਹ ਜਿਹੜਾ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਦਾਤ, ਕੀਰਤਨ ਕਥਾ ਰਬਾਬ ਗੱਤਕਾ, ਇਹ ਢਾਡੀਆਂ ਦੀਆਂ ਵਾਰਾਂ। ਜਦ ਮਹਾਰਾਜ ਚੰਦੂ ਨੂੰ ਫੜ ਕੇ ਲਿਆ ਕੇ ਚੰਦੂ ਨੂੰ ਮਾਰਿਆ ਸੀ ਲਾਹੌਰ, ਉੱਥੇ ਮਹਾਰਾਜ ਨੇ ਤੰਬੂ ਲਗਵਾ ਕੇ ਢਾਡੀਆਂ ਦੀਆਂ ਵਾਰਾਂ ਸਾਰੀ ਰਾਤ ਗਵਾਈਆਂ। ਲਿਖਦੇ ਕਵੀ ਸੰਤੋਖ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਵਿੱਚ ਜਦੋਂ ਕੋਈ ਵਾਰ ਆਉਂਦੀ ਸੀ, ਢਾਡੀ ਕਹਿੰਦੀ ਸੀ ਇਹ ਜਦੋਂ ਕਰਦੇ, ਉਦੋਂ ਛੇਵੇਂ ਪਾਤਸ਼ਾਹ ਕਹਿੰਦੇ ਆਹ ਆਹ ਵਾਹ, ਉੱਥੇ ਲਿਖਿਆ ਹੋਇਆ ਉਹਨਾਂ ਨੇ ਵਾਹ ਵਾਹ। ਸਤਿਗੁਰੂ ਕਹਿੰਦੇ ਅੱਜ ਸਾਰੀ ਰਾਤ ਲੱਗੇ ਰਹੋ, ਔਰ ਬਹੁਤ ਧੰਨ ਦਿੱਤਾ ਉਹਨਾਂ ਨੂੰ। ਪੰਜਵੇਂ ਪਾਤਸ਼ਾਹ ਜਦੋਂ ਸ਼ਹੀਦ ਹੋਏ, ਜੋ ਉਹਨਾਂ ਦੀ ਯਾਦ ਵਿੱਚ ਜਿਹੜਾ ਸਹਿਜ ਪਾਠ ਕੀਤਾ ਬਾਬਾ ਬੁੱਢਾ ਜੀ ਨੇ ਕੀਤਾ ਸੀ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਬਹੁਤ ਸਾਰੇ ਬਸਤਰ, ਸੋਨੇ ਦੀਆਂ ਮੋਹਰਾਂ, ਕਿੰਨਾ ਕੁਛ, ਮੱਝਾਂ ਗਾਵਾਂ, ਜਾਂ ਕਹਿ ਲਓ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੋਹਰਾਂ, ਬਦਾਮ, ਘਿਓ ਦੇ ਪੀਪੇ, ਜਿਹੜੇ ਐ ਕਹਿ ਲਓ ਘਿਓ ਖੁੱਲਾ ਦਿੱਤਾ, ਘੜੇ ਭਰ ਭਰ ਕੇ। ਸਤਿਕਾਰ ਕਰਨਾ ਸਿਖਾਇਆ ਸੀ ਬਾਣੀ ਦਾ। ਇਸ ਕਰਕੇ ਇਹ ਜਿਹੜੀ ਆ ਹੁਣ ਜਦ ਕਲਗੀਧਰ ਪਿਤਾ ਨੇ ਸੰਥਿਆ ਸ਼ੁਰੂ ਕਰਾਈ, ਜਾ ਕੇ ਸ੍ਰੀ ਦਮਦਮਾ ਸਾਹਿਬ ਸੰਥਿਆ ਵੀ ਕਰਾਈ, ਕਹਿੰਦੇ ਪਹਿਲਾਂ ਸਰੂਪ ਰਚ ਲਈਏ, ਕਹਿੰਦੇ ਪੰਜਵੇਂ ਪਾਤਸ਼ਾਹ ਵਾਲਾ ਸਰੂਪ ਲੈ ਕੇ ਆਓ। ਜਦ ਲੈਣਗੇ ਧੀਰ ਮੱਲੀਆਂ ਕੋਲੇ, ਇਤਿਹਾਸ ਵਿੱਚ ਆਉਂਦਾ ਧੀਰ ਮੱਲ ਤਾਂ ਚੜ੍ਹਾਈ ਕਰ ਗਿਆ ਸੀ, ਉਹਦਾ ਭਰਾ ਰਿਸ਼ਤੇਦਾਰ ਸੀ ਉਹਦਾ ਕੋਈ, ਉਹਨਾਂ ਨਾ ਕਰਤੀ ਵੀ ਜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆਪੇ ਲਿਖ ਲਓ। ਮਹਾਰਾਜ ਕਹਿੰਦੇ ਚੰਗਾ ਠੀਕ ਹੈ। ਇੱਕ ਸਰੂਪ ਭਾਈ ਕੀ ਡਰੋਲੀ ਪਿਆ ਸੀ, ਦੀਵਾਨ ਆਨੰਦ ਚੰਦ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਦੌੜਿਆ ਸੀ। ਉਹ ਕੋਈ ਸਾਧੂ ਆਇਆ ਸੀ ਨਿਰਮਲਾ ਸਰੂਪ ਲੈ ਕੇ, ਸਾਈਨ ਕਰਾਉਣੇ ਸੀ ਮਹਾਰਾਜ ਦੇ। ਉਹ ਅੱਜ ਕਰਾਉਣੇ ਆ, ਕੱਲ ਕਰਾਉਣੇ, ਕਰ ਕਰਾ ਕੇ ਉਹ ਲਾਲਚ ਆ ਗਿਆ, ਮਨ ਚੋਂ ਲੈ ਕੇ ਦੌੜ ਗਿਆ, ਭਾਈ ਕੀ ਡਰੋਲੀ ਰੱਖੀ। ਉਹ ਪਿੱਛੇ ਜੇ ਇੱਕ ਸਿੰਘ ਨੇ ਮੈਨੂੰ ਪ੍ਰਸ਼ਨ ਵੀ ਭੇਜਿਆ ਸੀ ਵੀ ਮੈਂ ਵੀ, ਉਹਨੂੰ ਗਲਤ ਫਹਿਮੀ ਸੀ, ਕਹਿੰਦਾ ਮੈਂ ਸੁਣਿਆ ਸਰੂਪ ਦੇ ਦਰਸ਼ਨ ਕਰਨ ਨਾਲ ਬੰਦਾ ਅੰਨਾ ਹੋ ਜਾਂਦਾ। ਇੱਕ ਬੰਦੇ ਨੇ ਉਹ ਫਲਾਨਾ ਬੰਦਾ ਪੁੱਛਦਾ, ਮੈਂ ਕਿਹਾ ਧਿਆਨ ਨਾਲ ਕਥਾ ਸੁਣੋ। ਮਹਾਰਾਜ ਨੇ ਕਿਹਾ ਸੀ ਜਿਹੜਾ ਇਸ ਬੀੜ ਦੇ ਉੱਤੇ ਸਹਿਜ ਪਾਠ ਕਰੂਗਾ ਉਹਦੀ ਨਿਗਾਹ ਚਲੀ ਜਾਊ, ਮੈਂ ਧਿਆਨ ਨਾਲ ਸੁਣੂਗਾ। ਇਸ ਕਰਕੇ ਉਹ ਸਰੂਪ ਮੰਗਵਾ ਵੀ ਸਕਦੇ ਸੀ, ਕਹਿ ਵੀ ਸਕਦੇ ਸੀ ਚਲੋ ਠੀਕ ਆ ਭਾਈ ਹੁਣ ਇਹਨੂੰ ਵਰ ਦੇ ਦਿੰਦੇ ਆ, ਪਰ ਮਹਾਰਾਜ ਕਹਿੰਦੇ ਫਿਰ ਸਿੱਖਾਂ ਦੇ ਮਨ 'ਚ ਸ਼ੰਕਾ ਆ ਜਾਣੀ ਆ ਵੀ ਮਹਾਰਾਜ ਨੂੰ ਤਾਂ ਅੰਤਰਜਾਮਤਾ ਨਹੀਂ ਹੈਗੀ। ਫਿਰ ਸਾਰੇ ਤਿਆਰੀ ਕਰਵਾ ਕੇ ਕਾਨੀਆਂ, ਕਲਮਾਂ, ਦਵਾਤ, ਸ਼ਾਹੀ ਕਾਗਜ਼ ਸਾਰੇ ਖਾ ਕੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਕਹਿੰਦੇ ਆਪੇ ਕਲਮ ਲਿਖੂਗੀ, ਪਰਵਾਹ ਨਾ ਕਰਿਓ। ਇੱਕ ਓੰਕਾਰ ਸਤਨਾਮ ਤੋਂ ਬਾਣੀ ਪ੍ਰਾਰੰਭ ਕੀਤੀ। ਜਿੱਥੇ ਚ ਨੌਵੇਂ ਪਾਤਸ਼ਾਹ ਦੇ ਅਸਥਾਨ ਛੱਡੇ ਹੋਏ ਸੀ ਪੰਜਵੇਂ ਪਾਤਸ਼ਾਹ ਨੇ, ਉਹ ਕਿਹਨੇ ਲਿਖਾਈ ਬਾਣੀ? ਉਹ 10ਵੇਂ ਪਾਤਸ਼ਾਹ ਨੇ ਹੀ ਲਿਖਾਈ ਸੀ ਸਾਰੀ ਬਾਣੀ। ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਰੂਪ 10ਵੇਂ ਪਾਤਸ਼ਾਹ ਨੇ ਲਿਖਵਾਇਆ ਹੋਇਆ। ਅਸੀਂ ਹਾਲੇ ਇੰਨੀ ਬਰੀਕੀ ਚ ਗਏ ਨਹੀਂ ਹੈ। ਤੁਸੀਂ ਕਹਿੰਦੇ ਜੋ ਕੋਈ ਕਹਿੰਦੇ 6 ਪਾਤਸ਼ਾਹ ਦੀ ਬਾਣੀ ਹੈ, ਮੈਂ ਕਹਿੰਦਾ ਹੈ ਹੀ 10 ਦੀ ਆ। ਨਾਲੇ ਕਹਿੰਦੇ 10 ਗੁਰਾਂ ਦੀ ਜੋਤ ਹੈ, ਤੇ ਜੋਤ ਫਿਰ ਉਹ ਜਦੋਂ ਵੱਖਰੀ ਹੋ ਗਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਜੋਤ ਦੇ ਰਾਹੀਂ ਬਾਣੀ ਲਿਖਵਾਈ, ਹਾਸ਼ੀਏ ਛੱਡੇ ਹੋਏ ਸੀਗੇ ਮਹਾਰਾਜ ਨੇ, ਉਹਨੇ ਖਾਲੀ ਪੱਤਰੇ ਅੰਗ, ਨੌਵੇਂ ਪਾਤਸ਼ਾਹ ਸਾਰੀ ਬਾਣੀ ਰਚਾਈ। ਜਦੋਂ ਆਈ ਕਹੋ ਕਬੀਰ ਜਨ ਭਏ ਖਲਾਸੇ, ਮਹਾਰਾਜ ਕਹਿੰਦੇ ਖਲਾਸੇ ਹੁਣ ਬਸ ਰਹਿਣ ਦੋ,
ਹੁਣ ਇੱਥੇ ਲਿਖ ਦੋ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਕਹਿੰਦੇ ਮਹਾਰਾਜ ਨਾਲੇ ਫਿਰ ਰਾਮ ਰਾਏ ਜੀ ਨੂੰ ਕੱਢਤਾ ਸੀ, ਪੰਗਤੀ ਬਦਲੀ ਉਹਨਾਂ ਨੇ, ਤੁਸੀਂ ਵੀ ਇਹ ਬਦਲਤੀ। ਹੁਣ ਮਹਾਰਾਜ ਕਹਿੰਦੇ ਪਰਿਵਾਰ ਦੀਆਂ 22 ਸ਼ਹੀਦੀਆਂ ਦੇ ਕੇ ਬਦਲੀ ਆ। ਉਹਨੇ ਤਾਂ ਉਹੀ ਬਦਲਤੀ ਸੀ, ਉਹਨੇ ਤਾਂ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕੀਤਾ ਸੀ। ਪਰ ਅਸੀਂ ਸੱਚਮੁੱਚ ਕਹਿੰਦੇ ਆ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨੀਲ ਬਸਤਰਲੇ ਕੱਪੜੇ ਪਹਿਰੇ। ਢਿਲਵਾਂ ਨਗਰ ਜਾ ਕੇ 10ਵੇਂ ਪਾਤਸ਼ਾਹ ਨੇ ਕਿਹਾ ਨੀਲ ਬਸਤਰਲੇ ਕੱਪੜੇ ਫਾੜੇ। ਕਹਿੰਦੇ ਇੱਥੇ ਪੰਗਤੀ ਬਦਲਤੀ, ਕਹਿੰਦੇ ਆਪਣੇ ਪਰਿਵਾਰ ਦੀਆਂ ਸਾਰੀਆਂ ਸ਼ਹੀਦੀਆਂ ਦੇ ਕੇ ਇਹ ਕੱਪੜੇ ਫਾੜੇ ਆ ਤੇ ਐ ਸਿੱਟਦੇ ਰਹੇ ਅੱਗ ਦੇ ਵਿੱਚ। ਇਸ ਕਰਕੇ 10ਵੇਂ ਪਾਤਸ਼ਾਹ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰਾ 18 10 20 ਤੱਕ ਲਿਖਾਇਆ, ਸ੍ਰੀ ਕਰਤਾਰਪੁਰ ਸਾਹਿਬ ਧੀਰ ਮੱਲੀਆਂ ਦੇ ਘਰ 'ਚ ਜਿਹੜੀ ਸਰੂਪ ਪਿਆ, ਉਹ ਵਿਸਾਖੀ ਤੇ ਦਰਸ਼ਨ ਕਰਾਉਂਦੇ ਆ ਜਾਂ ਸੰਗਰਾਂਦ, ਉਹਦੇ ਸ਼ੁਰੂ 'ਚ ਦੇਖ ਲਿਓ, ਉੱਥੇ ਲਿਖਿਆ ਬੀੜ ਦਮ ਦਮੀ। ਨਹੀਂ, ਉਹ ਤੇ ਨਹੀਂ ਲਿਖਿਆ ਹੋਇਆ। ਬੀੜ ਦਮ ਦਮੀ ਸਿਰਫ ਹੋਣ ਵਾਲੇ ਸਰੂਪਾਂ 'ਚ ਲਿਖਿਆ ਹੋਇਆ। 9ਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਹੈ। 5ਵੇਂ ਪਾਤਸ਼ਾਹ ਨੇ ਪੋਥੀਆਂ ਲਿਆਂਦੀਆਂ ਸੀ, ਸ੍ਰੀ ਰਾਮਸਰ ਸਾਹਿਬ ਦੇ ਸਥਾਨ ਤੇ ਸਰੂਪ ਸਾਰਾ ਰਚਿਆ। ਸ੍ਰੀ ਸੁਖਮਨੀ ਸਾਹਿਬ ਵੀ ਉੱਥੇ ਰਚਨਾ ਕੀਤਾ, ਉੱਥੇ ਸਰੋਵਰ ਰਚਿਆ। ਉੱਥੇ ਸਭ ਨੂੰ ਕਿਹਾ ਵੀ ਇੱਥੇ ਆ ਕੇ ਇਸ਼ਨਾਨ ਕਰਨਾ। ਮੈਂ ਨਵਿਆਂ ਨੂੰ ਸਾਰਿਆਂ ਨੂੰ ਕਹਿ ਦਿਆਂ, ਜਿੰਨੀ ਸੰਗਤ ਬੈਠੀ ਆ, ਹੁਣ ਕਥਾ 'ਚ ਸੁਣ ਸੁਣ ਕੇ ਤਾਂ ਭਾਵੇਂ ਕੋਈ ਕਹਿ ਦੇਵੇ ਵੀ ਹਾਂ ਅਸੀਂ ਸੁਣਿਆ ਸੀ ਕਥਾ 'ਚ, 5 ਸਰੋਵਰਾਂ ਦੇ ਇਸ਼ਨਾਨ ਹੁਣ ਸੰਗਤ ਨਹੀਂ ਕਰਦੀ। ਵੱਧ ਫਲ ਲੈਣ ਲਈ 5 ਸਰੋਵਰਾਂ ਦੇ ਇਸ਼ਨਾਨ ਕਰਿਆ ਕਰੋ। ਪਹਿਲਾਂ ਅਸੀਂ ਕੀ ਕਰਦੇ ਸੀ, ਪਹਿਲਾਂ ਦਰਬਾਰ ਸਾਹਿਬ ਇੱਥੇ ਬਸਤਰ ਲਾ ਕੇ ਇੱਥੇ ਇੱਕ ਪਹਿਰੇਦਾਰ ਬਿਠਾ ਦੇਣਾ, 10 15 20 ਸਿੰਘ ਜਥੇ ਦੇ। ਪਹਿਲਾਂ ਉਧਰੋਂ ਸ਼ੁਰੂ ਕਰਦੇ ਸੀ, ਇਧਰੋਂ ਸੰਤੋਖਸਰ ਸਾਹਿਬ ਇਸ਼ਨਾਨ ਕਰਕੇ ਫਿਰ ਅੱਗੇ ਚਲੇ ਜਾਣਾ, ਵਿਵੇਕਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਮਾਤਾ ਕੌਲਾਂ ਜੀ ਦੇ ਚਲੇ ਜਾਣਾ, ਫਿਰ ਸ੍ਰੀ ਦਰਬਾਰ ਸਾਹਿਬ। ਇਹ 5 ਸਰੋਵਰਾਂ ਦੇ ਇਸ਼ਨਾਨ ਕਰਦੇ ਰਹੇ ਸਾਰੇ। ਪਹਿਲਾਂ ਤੋਂ ਲੈ ਕੇ ਸਾਰੇ ਟਕਸਾਲ ਦੇ ਮੁਖੀ ਸਾਰਾ ਜਥਾ ਲੈ ਕੇ ਉੱਥੇ ਜਾਂਦੇ ਹੁੰਦੇ ਸੀ। ਹੁਣ ਤਾਂ ਭੱਜੇ ਭੱਜੇ ਜਾਂਦੇ ਆ, ਭੱਜੇ ਭੱਜੇ ਆ ਗਏ। ਸਰੋਵਰ ਦਾ ਇਸ਼ਨਾਨ ਕੋਈ ਕਰਦਾ ਹੀ ਨਹੀਂ, ਬਹੁਤ ਘੱਟ ਕਰਦੇ ਨੇ। ਕੁਛ ਪ੍ਰਚਾਰ ਇਹੋ ਜਿਹਾ ਹੋ ਗਿਆ। ਇਹ 5 ਸਰੋਵਰਾਂ ਦੇ ਇਸ਼ਨਾਨ ਕਰਨੇ ਆ, ਇਹਨੂੰ ਕਹਿੰਦੇ ਨੇ 5 ਇਸ਼ਨਾਨਾਂ। ਜਿਹੜੇ ਆਹ ਨਕਲੀ ਨਰਕਧਾਰੀ ਜੇ ਸੀਗੇ, ਇਹਨਾਂ ਨੇ ਬਣਾਈ ਗੱਲ, ਕਹਿੰਦੇ ਵੀ ਧਾਉਣ ਦੀ ਕੋਈ ਲੋੜ ਨਹੀਂ ਹੈ। ਕਹਿੰਦੇ ਫੇਰ ਕੀ ਕਰੀਏ, ਕਹਿੰਦੇ 5 ਇਸ਼ਨਾਨਾਂ ਕਰ ਲੋ। ਪਹਿਲਾ 5 ਇਸ਼ਨਾਨਾਂ ਹੁੰਦਾ ਸੀ 5 ਸਰੋਵਰਾਂ ਦਾ। ਕਹਿੰਦੇ ਮੂੰਹ ਧੋ ਲੋ, ਦੋਨੇ ਹੱਥ ਦੋਨੇ ਪੈਰ, ਬਸ 5 ਇਸ਼ਨਾਨਾਂ ਹੋ ਗਿਆ। 5 ਇਸ਼ਨਾਨਾਂ ਮਹਾਂ ਗਿਆਨਾਂ, ਨਿਤ ਨਹਾਉਣ ਦਲਿਦਰੀ। 6 ਮਹੀਨੇ ਬਾਅਦ ਕੋਈ ਉਦਮੀ ਨਹਾਵੇ, ਸਾਲ ਬਾਅਦ ਕੋਈ ਬ੍ਰਹਮ ਗਿਆਨੀ। ਇਹ ਤਾਂ ਉਹਨਾਂ ਲੋਕਾਂ ਦੇ ਪ੍ਰਚਾਰ ਨੇ। 5 ਇਸ਼ਨਾਨ ਜ਼ਰੂਰੀ ਹੈ ਸਾਡੇ ਲਈ, 5 ਸਰੋਵਰਾਂ ਦੇ ਇਸ਼ਨਾਨ ਕਰਨੇ ਜ਼ਰੂਰੀ ਆ। ਇਸ ਕਰਕੇ ਸਾਰੀ ਸੰਗਤ ਇਸ਼ਨਾਨ ਕਰੋ 5 ਸਰੋਵਰਾਂ ਦੇ। ਤੁਸੀਂ ਘਟਾਤਾ, ਬਹੁਤ ਸਾਰੀਆਂ ਮਰਿਆਦਾਵਾਂ ਹਟਾਤੀਆਂ। ਫਿਰ ਸਤਿਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਨ ਤੋਂ ਉਪਰੰਤ ਬਹੁਤ ਲੰਬੀ ਸਾਖੀ ਹੁੰਦੀ ਹੈ ਇਹ। ਉਹ ਮੈਨੂੰ ਕਹੇ ਸੀ ਸਿੰਘ ਵੀ ਸੰਗਤ ਇੰਨੇ ਦਿਨ ਤੋਂ ਸੁਣ ਰਹੀ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਐ ਹੋਇਆ। ਮੈਂ ਕਿਹਾ ਜਿਹੜਾ ਸਾਡਾ ਹਿਸਾਬ ਹੈ ਉਹ ਹੋਰ ਹੈ, ਤੁਹਾਡਾ ਹੋਰ ਹੈ। ਤੁਸੀਂ ਸੁਣਾਉਣੀਆਂ ਉੱਪਰਲੀਆਂ ਗੱਲਾਂ ਜੀਆਂ, ਅਸੀਂ ਸੁਣਾਉਣੀਆਂ ਸਾਨੂੰ ਉਹ ਚੀਜ਼ ਜਿਹੜੀ ਸੁਣੀ ਨਾ ਹੋਵੇ। ਤੁਸੀਂ ਇਹ ਸੰਤ ਰਾਮ ਜੀ ਦਾ ਕਿਹਨੂੰ ਪਤਾ ਵੀ ਬਾਣੀ ਕਿਹਨੇ ਇਕੱਠੀ ਕੀਤੀ ਹੈ? ਉਹਨਾਂ ਨੇ ਇਕੱਠੀ ਕੀਤੀ ਹੈ। ਪਹਿਲੀ ਪਾਤਸ਼ਾਹ ਨੇ ਪੋਥੀ, ਫਿਰ ਦੂਜਿਆਂ ਨੇ ਉਹ ਅੱਗੇ ਦਿੱਤੀ, ਫਿਰ ਤੀਜੇ ਪਾਤਸ਼ਾਹ ਨੇ ਬਾਬਾ ਮੋਹਨ ਜੀ ਕੋਲ ਸੌਂਪਤੀ ਵੀ ਜਦੋਂ ਚੌਥੇ ਪਾਤਸ਼ਾਹ ਆਉਣਗੇ। ਹੁਣ ਉਹ ਸਾਖੀ ਇਸ ਤਰ੍ਹਾਂ ਬਣ ਗਈ, ਜਦੋਂ ਤੀਜੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ, ਉਸ ਵਕਤ ਕਹਿੰਦੇ ਬਾਬਾ ਬੁੱਢਾ ਜੀ ਨੂੰ ਤਿਲਕ ਲਾਇਆ, ਤਿਲਕ ਲਾ ਕੇ ਮੱਥਾ ਟੇਕਿਆ ਬਾਬਾ ਜੀ ਨੇ ਚੌਥੇ ਪਾਤਸ਼ਾਹ ਨੇ।
बेटा मोहन जी मत्था टेको। वो कहंदा क्यों? कहंदे मेरा हक सी, ये गद्दी तो मेरी बनती आ, मैं वड्डा घर च। यही बाबा श्री चंद जी ने कहा मैं वड्डा। इसे गल का रौला दासू ते दातू ने पाया। पर ये महाराज ने कहा सी जिहड़ी पितरी जायदाद अपने पिता पतामियां दी, थोड़ा हक उहदे ते है। ਜਦੋਂ ਕਿਸੇ ਦਾ ਪਿਤਾ ਚੜ੍ਹਾਈ ਕਰਦਾ ਵੱਡੇ ਪੁੱਤ ਨੂੰ ਪੱਗ ਬੰਨ੍ਹ ਦਿੰਦੇ, ਉਹ ਬੰਨ੍ਹ ਦਿੰਦੇ ਤੁਹਾਡੇ। ਪਰ ਜੇ ਤੁਸੀਂ ਕਹੋ ਗੁਰਤਾ ਗੱਦੀ, ਇਹ ਤਾਂ ਸੇਵਕ ਦੀ ਆ। ਇਹ ਸੇਵਕ ਨੂੰ ਦਸਤਾਰ ਮਿਲਦੀ ਹੁੰਦੀ ਆ, ਜਿਹਨੇ ਸੇਵਾ ਕੀਤੀ ਹੈ ਗੁਰੂ ਘਰ 'ਚ ਉਹਨੂੰ ਦਸਤਾਰ ਮਿਲਣੀ, ਨਾ ਕਿ ਇਹ ਅੱਗੇ ਤੋਂ ਅੱਗੇ ਦਸਤਾਰ ਦੇਣੀ ਹੈ। ਇਸ ਕਰਕੇ ਬਾਬਾ ਮੋਹਨ ਜੀ ਕਹਿੰਦੇ ਮੈਂ ਨਹੀਂ ਟੇਕਦਾ। 3 ਵਾਰ ਬਚਨ ਹੋਇਆ, ਕਹਿੰਦੇ ਚੰਗਾ ਜਾ ਫਰੇ ਰਹੇਗਾ। ਫਿਰ बाबा मोहरी जी ने मत्था टेकिया, कहते बाबा मोहरी जी बेटा लोगों दी 21 कुलां तरदियां, तेरियां 42 तरनगियां, तू बचन मन्निया। रो विचार। बाबा मोहन जी घर गए, रात को पेट फुल गया। पेट फुलिया, दवाइयां बथेरियां कीतियां, दर्द ना गया। जदों गुरु अमरदास जी ज्योति जोत समाउण वेले सारा परिवार इकट्ठा किया, जो कहा सी मत मैं पिछे कोई रोब सी सो मैं मूल ना पाया। उदों बाबा मोहन जी कहते महाराज मैं हुण मत्था टेक लेना चौथे पातशाह, मेरा तो दर्द ही नहीं हटदा पेट का, मेरा तो पेट ही फुली जाता। सहजे जे सजा दिती की, कहने हुण नहीं, समा लंघ गया। हुण जदों इन्हां दे साहिबजादे आउणगे, जो गुरु ग्रंथ साहिब दा स्वरूप रचना, जदों 5वें पातशाह गुरु अर्जन देव जी आउणगे, तू फिर उन्होंने पोथियां देगा, फिर तू उन्होंने चरनी हथ लाएगा, तां तेरा फरेवा जाएगा। दातू ने लत्त मारी सी तीजे पातशाह की बखी च, कहने साडी गद्दी ते कब्जा करके बैठे हो बाहरों आके। महाराज ने उठ के लत्त फड़ी, घुट्टी, चरण घुटिया, कहने मेरा शरीर खंगर वर्गा, मैं बजुर्ग हो गया, थोड़े सड़ तां नहीं वजी कि दर्द तो नहीं हो रहा थोड़े? वो सच्ची दर्द होने लग गया। और रात को नींद ना आवे, जिहड़ा समान वो लुट के लेके गया सी, राह च चोरां ने खोलिया रात को, फिर आ गया। मेरी लत्त का दर्द नहीं जाता। उदों महाराज कहन लगे जदों 5वें पातशाह आउणगे, देखो सजा लम्मी पै जांदी सजा। कई बार मूले खतरी नूं कहा सी बाहर आ जा माड़ा जा, ਉਹਦੇ ਘਰ ਵਾਲੇ ਨੂੰ ਕਿ ਲੈ ਕੇ ਨਹੀਂ ਜਾਂਦੇ, ਵੈਸੇ ਕੋਈ ਗੱਲ ਕਰ ਲਈ ਨਾ ਜੀ ਨਾ, ਉਹ ਤਾਂ ਅੰਦਰ ਹੈ ਹੀ ਨਹੀਂ ਗੇ, ਹੈ ਹੀ ਨਹੀਂ ਗੇ ਜੀ। ਉਹ ਗਹੀਰੇ 'ਚ ਵੜਿਆ ਹੋਇਆ ਸੀ, ਸੱਪ ਲੜ ਗਿਆ ਅੰਦਰੋਂ, ਕਹਿੰਦੇ ਹੈ ਹੀ ਨਹੀਂ ਤਾਂ ਫਿਰ ਹੈ ਹੀ ਨਹੀਂ। ਰੱਬ ਨਾਲ ਮਸ਼ਕਰੀ। ਫਿਰ ਹਾਏ ਹਾਏ ਕਰਦਾ ਬਾਹਰ ਨੂੰ ਭੱਜੇ, ਸੱਪ ਲੜ ਗਿਆ, ਮੇਰੇ ਸੱਪ ਲੜ ਗਿਆ। महाराज जब उदों तक बाहर जाके किसी दरख्त के थले, पिपल या बरूटे थले बैठे, वो चुक के लैके गए मंजे ते पा के, महाराज जी थोड़ा सिख है, महाराज जी ने बख्श लो, गलती हो गई। कहते कोई नहीं, 10वें जामे च बख्शांगे जाके। पै गया लम्मा चक्कर। थानू रोज कहने हो अमर छक लो, वो गुरु वाले बन जो, वो आ पाठ ना जी ना जी करी जाते हो। ये तो शुक्र करो, उन्होंने कहता 10वें जामे च बख्शांगे, किसी को कहता किते बख्शांगे, थानू कौन बख्शाऊ? भाई लद्दे ने तो बख्शा ले सत्ते परबंधे, थानू कौन बख्शाऊगा फिर मुड़ के? अरे शरीर छड्ड के नहीं देखा तुसीं, कहते शरीर छड्ड के देखियो बाहर निकल के, ते फिर देखियो की बनदी आ, की भाव विकदी आ, किन्ने जाने घेरन आउंदे ने। गुरु वाला होवेगा तां ओह फड़ लैणगे गुरु बांह, ते जे गुरु वाला ना होया फिर इल्ला वांगू टुट के पैणगे, तुहानू खा जाने सारे। इसे करके कहदा गुरु वाले जरूर बनो। सतगुरां ने आपां नूं इन्नी मेहनत नाल गुरु ग्रंथ साहिब दी बाणी दी बख्शिश कीती है। गुरबाणी नूं मत्था टेकिया करो।